ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਯਤੇ ਮਹਰ ਮੁਕੱਦਮ ਸਿਕਦਾਰੈ, ਨਹਿ ਚੁਲ ਕੋਏ ਨਾ ਦਿਸੈ ਸੰਸਾਰੈ। ਇਸ ਪੰਕਤੀ ਨਾਲ ਦਾਸ ਨੇ ਅੱਜ ਦੀ ਵੀਡੀਓ ਇਸ ਕਰਕੇ ਸ਼ੁਰੂ ਕੀਤੀ ਹੈ ਕਿਉਂਕਿ ਆਪ ਜੀ ਜਾਣਦੇ ਹੀ ਹੋ DGPC ਦੀ ਇਲੈਕਸ਼ਨ ਦੀਆਂ ਜਿਹੜਾ ਹੈ ਉਹ ਐਲਾਨ ਹੋ ਚੁੱਕਿਆ ਹੈ ਕਾਫੀ ਦੇਰ ਦਾ ਜੰਮੂ ਵਿੱਚ, ਤੇ ਇਹ ਮਸਲਾ ਸਾਰੇ ਹੀ ਜਿਹੜੇ ਆਪਣੇ ਆਪ ਨੂੰ ਪੰਥਕ ਆਗੂ ਅਖਵਾਉਣ ਵਾਲੇ ਲੀਡਰ ਨੇ ਉਹਨਾਂ ਵਿੱਚ ਕਾਫੀ ਜ਼ੋਰ ਸ਼ੋਰ ਨਾਲ ਜੋ ਹੈ ਉਹ ਪ੍ਰਚਾਰ ਵੀ ਚੱਲ ਰਿਹਾ ਹੈ, ਆਪਣਾ ਪ੍ਰਚਾਰ। ਦੁੱਖ ਇਸ ਗੱਲ ਦਾ ਹੈ ਕਿ ਜੇ ਗੁਰਬਾਣੀ ਦਾ ਪ੍ਰਚਾਰ ਔਰ ਸਿੱਖ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਇਸ ਦੇ ਲਈ ਪਿਛਲੇ 8 ਸਾਲ, ਹਾਲਾਂਕਿ 5 ਸਾਲ ਜਿਹੜਾ ਹੈ ਉਹ ਟੈਨਿਓਰ ਹੁੰਦਾ ਹੈ ਜਿਹੜਾ DGPC ਦੀ ਕਮੇਟੀ ਦਾ, ਲੇਕਿਨ ਕੁਝ ਕਾਰਨਾਂ ਕਰਕੇ ਇਸ ਵਾਰ ਦਾ ਜੋ ਟੈਨਿਓਰ ਹੈ ਉਹ 8-9 ਸਾਲ ਜਿੰਨਾ ਦਾਸ ਨੂੰ ਜਾਣਕਾਰੀ ਹੈ ਰਿਹਾ ਸੀਗਾ। ਜੇ ਇਸ ਦੌਰਾਨ ਗੁਰਬਾਣੀ ਦੇ ਪ੍ਰਚਾਰ ਲਈ ਜਿਹੜੀ ਵਿਧਵਾ ਸਿੱਖ ਔਰਤਾਂ ਨੇ ਉਹਨਾਂ ਦੀ ਸਾਂਭ ਸੰਭਾਲ ਲਈ, ਜਿਹੜੇ ਉਹਨਾਂ ਦੇ ਬੱਚੇ ਨੇ ਅੱਗੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਜੇ ਕੁਝ ਕਦਮ ਚੁੱਕੇ ਜਾਂਦੇ ਤਾਂ ਸ਼ਾਇਦ ਆਪਣਾ ਪ੍ਰਚਾਰ ਕਰਨ ਦੀ ਇਹਨਾਂ ਸਾਡੇ ਸੋ ਕਾਲਡ ਆਗੂਆਂ ਨੂੰ ਲੋੜ ਨਹੀਂ ਪੈਂਦੀ। ਬੇਸ਼ੱਕ ਉਹ ਜਿਹੜੀ ਪਿਛਲੀ ਕਮੇਟੀ ਗਈ ਹੈ ਇਸ ਦੇ ਮੈਂਬਰ ਹੋਣ, ਨਾਮ ਮੈਂ ਕਿਸ ਦਾ ਨਹੀਂ ਲਵਾਂਗਾ, ਜਾਂ ਫਿਰ ਜੋ ਅੱਗੇ ਚੁਣਾਵ ਲੜਨ ਵਾਸਤੇ ਅੱਗੇ ਆ ਰਹੇ ਨੇ ਹੁਣ, ਚਾਹੇ ਉਹ ਹੋਣ। ਇੱਥੇ ਇਸ ਵੀਡੀਓ ਦਾ ਮਕਸਦ ਖਾਸ ਤੌਰ ਤੇ ਸੰਗਤ ਨੂੰ ਇਹ ਚੀਜ਼ ਅਪੀਲ ਕਰਨਾ, ਕਿਉਂਕਿ ਅਕਸਰ ਇਹ ਦੇਖਿਆ ਗਿਆ ਹੈ, ਤੁਸੀਂ ਆਪ ਵੀ ਭਲੀ ਭਾਂਤੀ ਜਾਣੂ ਹੋਵੋਗੇ ਸਾਰੇ, ਕਿ ਰਾਜਾ ਕਿੰਨਾ ਕੁ ਜਿਹੜਾ ਹੈ ਆਪਣੀ ਪ੍ਰਜਾ ਬਾਰੇ ਸੋਚਦਾ ਹੈ। ਉਸ ਨੂੰ ਮਕਸਦ ਜਿਹੜਾ ਹੈ ਉਸਦਾ ਇੱਕੋ ਇੱਕ ਹੁੰਦਾ ਹੈ ਕਿ ਆਪਣਾ ਰਾਜ ਸਥਾਪਿਤ ਕਰਨਾ, ਹੁਕਮ ਕਰਨਾ। ਹੁਕਮਰਾਨ ਦਾ ਮਤਲਬ ਹੀ ਹੈ ਉਹ ਜੋ ਆਪਣਾ ਹੁਕਮ ਚਲਾਏ। ਸੋ ਬੇਨਤੀ ਸੰਗਤ ਦੇ ਚਰਨਾਂ ਵਿੱਚ ਇਹ ਰਹੇਗੀ, ਸਿਰਫ ਇੱਕ ਇਲਾਕੇ ਦੀ ਮੈਂ ਕਿਸੇ ਦੀ ਗੱਲ ਨਹੀਂ ਕਰਾਂਗਾ, ਸਾਰੇ ਹੀ ਇਲਾਕਿਆਂ ਦੀ ਜਿਹੜੇ ਵੀ ਸੰਗਤ ਤੱਕ ਇਹ ਵੀਡੀਓ ਪੁੱਜੇ ਉਹਨਾਂ ਇਲਾਕਿਆਂ ਵਿੱਚ ਜਿਹੜੇ ਵੀ ਜੋ ਹੈ ਕੈਂਡੀਡੇਟਸ ਖੜੇ ਹੋਣਗੇ ਇਲੈਕਸ਼ਨ ਵਾਸਤੇ, ਬੇਨਤੀ ਇਹ ਹੈ, ਹਾਲਾਂਕਿ ਇਲੈਕਸ਼ਨ ਜਿਹੜਾ ਹੈ ਉਹ ਕਦੀ ਵੀ ਸਿੱਖੀ ਦਾ ਅਸੂਲ ਰਿਹਾ ਹੀ ਨਹੀਂ ਹੈ ਪਿਛਲੇ ਪੁਰਾਤਨ ਸਮਿਆਂ ਤੋਂ। ਇਲੈਕਸ਼ਨ ਜਿਹੜਾ ਹੈ ਉਹ ਪੰਥ ਨੂੰ ਡਿਵਾਈਡ ਕਰਦਾ ਹੈ। ਸਿਰਫ ਇਕਲੌਤਾ ਸਿੱਖ ਧਰਮ ਹੀ ਐਸਾ ਹੈ ਜਿਹਦੇ ਵਿੱਚ ਪੰਥਕ ਆਗੂਆਂ ਦੀ ਚੋਣ ਕਰਨ ਲਈ ਜਿਹੜਾ ਹੈ ਉਹ ਕਮੇਟੀ ਦੀ ਚੋਣ ਕਰਨ ਲਈ ਜਿਹੜਾ ਹੈ ਉਹ ਇਲੈਕਸ਼ਨ ਕੀਤੀ ਜਾਂਦੀ ਹੈ ਬਕਾਇਦਾ, ਜਿਹਦੇ ਨਾਲ ਕੀ ਹੁੰਦਾ ਹੈ, ਕੌਮ ਡਿਵਾਈਡ ਹੁੰਦੀ ਹੈ। ਸੋ ਇਹਦੇ ਸਭ ਤੋਂ ਪਹਿਲੀ ਬੇਨਤੀ ਜਿਹੜਾ ਹੈ ਸੰਗਤ ਨੂੰ ਇਹ ਹੋਵੇਗੀ ਦਾਸ ਦੀ ਕਿ ਕੋਈ ਵੀ ਆਗੂ ਜਿਸ ਨੂੰ ਵੀ ਆਪ ਜੀ ਚੁਣੋ ਆਪਣੇ ਇਲਾਕੇ ਵਿੱਚੋਂ, ਉਹ ਅਸਲ ਵਿੱਚ ਕਮੇਟੀ ਦਾ ਮੈਂਬਰ ਜਾਂ ਹੁਕਮਰਾਨ ਬਣ ਕੇ ਅੱਗੇ ਨਾ ਆਏ, ਜਾਂ ਉਸਦੀ ਸੋਚਣੀ ਇਹੋ ਜਿਹੀ ਨਾ ਹੋਏ ਕਿ ਬਈ ਮੈਂ ਹੁਕਮਰਾਨ ਹਾਂ, ਮੈਂ ਕਮੇਟੀ ਦਾ ਮੈਂਬਰ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ। ਉਸਦੀ ਸੋਚਣੀ ਹੋਏ ਮੈਂ ਪੰਥ ਦਾ ਸੇਵਾਦਾਰ ਹਾਂ, ਗੁਰੂ ਦਾ ਥਾਪਿਆ ਹੋਇਆ ਆਪਣਾ ਪੰਥ ਦਾ ਸੇਵਾਦਾਰ ਹਾਂ। ਜਦੋਂ ਤੱਕ ਇਹ ਸੋਚਣੀ ਲੈ ਕੇ ਕੋਈ ਸ਼ਖਸ ਕਮੇਟੀ ਜਾਂ ਕਿਸੇ ਵੀ ਪੱਧਰ ਤੇ ਅੱਗੇ ਨਹੀਂ ਆਵੇਗਾ, ਉਦੋਂ ਤੱਕ ਉਹ ਕਦੀ ਵੀ ਪੰਥ ਦਾ ਭਲਾ ਨਹੀਂ ਕਰ ਸਕੇਗਾ। ਸੋ ਬੇਨਤੀ ਚਰਨਾਂ ਵਿੱਚ ਇਹ ਹੈ ਕਿ ਬੜੀ ਸੋਚ ਸਮਝ ਕੇ, ਕਿਉਂਕਿ ਆਪ ਜੀ ਨੂੰ ਵੀ ਸ਼ਾਇਦ ਕਾਫੀ ਸਾਰੇ ਜਿਹੜਾ ਹੈ ਉਹ ਕੈਂਡੀਡੇਟਸ ਕਹਿ ਲਓ ਅਪਰੋਚ ਕਰਨਗੇ ਫੋਨ ਰਾਹੀਂ, ਆਪ ਜੀ ਦੇ ਘਰ ਵੀ ਆਉਣਗੇ। ਦਾਸ ਨੇ ਪਰਸਨਲੀ ਵੀ ਵੇਖਿਆ ਜਿਹੜੇ ਕੈਂਡੀਡੇਟਸ ਹਨ ਉਹ ਘਰ ਘਰ ਜਾ ਕੇ ਜਿਹੜਾ ਹੈ ਕੁਝ ਪ੍ਰਚਾਰ ਕਰ ਰਹੇ ਨੇ, ਤੇ ਬੇਨਤੀ ਫਿਰ ਉੱਥੇ ਹੀ ਆ ਕੇ ਮੁੱਕਦੀ ਹੈ ਕਿ ਬਈ ਜੇ ਅਸਲ ਗੁਰਬਾਣੀ ਦਾ ਪ੍ਰਚਾਰ ਕੀਤਾ ਹੁੰਦਾ, ਬੱਚਿਆਂ ਦੀ ਐਜੂਕੇਸ਼ਨ ਪਾਲਿਸੀ ਲਈ ਜੇ ਕੋਈ ਕਦਮ ਚੁੱਕੇ ਹੁੰਦੇ, ਕਿਉਂਕਿ ਕਰੋੜਾਂ ਰੁਪਏ ਦਾ ਬਜਟ ਹੁੰਦਾ ਹੈ ਇਹਨਾਂ ਦਾ, ਕਰੋੜਾਂ ਦਾ। ਸੋ ਇੰਨਾ ਪੈਸਾ, ਕਈ ਤੁਸੀਂ ਦੇਖਿਆ ਪਿੱਛੇ ਵੀਡੀਓਜ਼ ਵੀ ਆਈਆਂ, ਆਰੋਪ ਪ੍ਰਤੀ ਆਰੋਪ ਵੀ ਲੱਗੇ ਨੇ ਇੱਕ ਦੂਜੇ ਤੇ। ਸੋ ਇਹ ਕਿਹੋ ਜਿਹੇ ਜਿਹੜੇ ਹੈ ਕਾਰਜ ਇਸ ਗੁਰਦੁਆਰੇ ਸਿਸਟਮ ਵਿੱਚ, ਕਮੇਟੀ ਵਿੱਚ ਜੋ ਹੈ ਹੋ ਰਹੇ ਨੇ, ਆਪ ਜੀ ਸਾਰੇ ਜਾਣੀ ਹੋ। ਸੋ ਇਸ ਕਰਕੇ ਚਰਨਾਂ ਵਿੱਚ ਬੇਨਤੀ ਇਹ ਹੈ ਕਿ ਸੇਵਾਦਾਰਾਂ ਨੂੰ ਜੋ ਹੈ ਉਹ ਅੱਗੇ ਲਿਆਓ, ਮਹਾਰਾਜ ਕਿਰਪਾ ਕਰਨ। ਇਧਰ ਮੈਂ ਜਿਹੜੇ ਸਿੱਖਾਂ ਦੇ ਪਹਿਲੇ ਜੋ ਹੈ ਨਵਾਬ ਜਿਹੜਾ ਹੈ ਕਪੂਰ ਸਿੰਘ, ਉਹਨਾਂ ਦੀ ਦਾਸ ਜਿਹੜਾ ਹੈ ਉਹ ਸਾਖੀ ਦਾ ਜ਼ਿਕਰ ਕਰੇਗਾ। ਜਦੋਂ ਉਹਨਾਂ ਦੀ ਚੋਣ ਹੋਈ ਸੀਗੀ ਨਵਾਬੀ ਲਈ, ਉਹ ਉਸ ਵੇਲੇ ਜਦੋਂ ਪੰਥ ਦੇ ਜਥੇਦਾਰ ਬੈਠੇ ਹੋਏ ਸੀਗੇ, ਜੱਸਾ ਸਿੰਘ ਆਹਲੂਵਾਲੀਆ ਜੀ ਵੀ ਸੀਗੇ ਉਹਨਾਂ ਵਿੱਚ, ਹੋਰ ਵੀ ਜਿਹੜਾ ਹੈ ਪੰਥ ਦੇ ਆਗੂ ਬੈਠੇ ਹੋਏ ਸੀਗੇ, ਪੰਜ ਪਿਆਰੇ ਸਾਹਿਬਾਨ ਵੀ ਸੀਗੇ, ਸੰਗਤ ਵਿੱਚ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਜਿਹੜਾ ਹੈ ਦੀਵਾਨ ਸਜਿਆ ਹੋਇਆ ਸੀ, ਤੇ ਚੋਣ ਕਰਨੀ ਸੀਗੀ ਨਵਾਬ ਲਈ। ਸੋ ਉਸ ਟਾਈਮ ਮਹਾਰਾਜ ਤੋਂ ਹੁਕਮਨਾਮਾ ਸਾਹਿਬ ਲਏ ਗਏ, ਜਿਹਦੇ ਵਿੱਚ ਜੋ ਹੈ ਇਹ ਮਹਾਰਾਜ ਨੇ ਹੁਕਮ ਕੀਤਾ ਸੰਗਤ ਨੂੰ, ਸਿੰਘਾਂ ਨੂੰ, ਜਥੇਦਾਰਾਂ ਨੂੰ ਕਿ ਬਈ ਉਹੀ ਜਿਹੜਾ ਹੈ ਸ਼ੋਭਨੀਕ ਹੈ,
ਇਸ ਪਦਵੀ ਲਈ, ਕਿਸੇ ਵੀ ਮਾਨ ਸਨਮਾਨ ਲਈ ਜਿਹੜਾ ਸੇਵਾਦਾਰ ਹੈ, ਪੰਥ ਦਾ ਮੁੱਖ ਸੇਵਾਦਾਰ ਹੈ, ਜਿਹੜਾ ਸੇਵਾ ਕਰਦਾ ਹੈ। ਸੋ ਉੱਥੇ ਵਿਚਾਰਿਆ, ਉਹਨਾਂ ਨੇ ਦੇਖਿਆ ਕਿ ਬਈ ਮਹਾਰਾਜ ਦੇ ਹੁਕਮ ਨੂੰ ਆਪਾਂ ਕਿਵੇਂ ਪਾਲਣਾ ਕਰ ਸਕਦੇ ਹਾਂ, ਤੇ ਦੇਖਿਆ ਇੱਕ ਦੂਰ ਜਿਹੜਾ ਹੈ ਸੰਗਤ ਨੂੰ ਪੱਖਾ ਝੋਲਣ ਦਾ ਕੋਈ ਕੰਮ ਕਰ ਰਿਹਾ ਸੀ, ਸੇਵਾ ਨਿਭਾ ਰਿਹਾ ਸੀਗਾ। ਉਸ ਨੂੰ ਬੁਲਾਇਆ ਗਿਆ, ਉਸ ਨੂੰ ਕਹਿੰਦੇ ਕਿ ਬਈ ਇਹ ਹੁਕਮਨਾਮਾ ਸਾਹਿਬ ਆਇਆ ਮਹਾਰਾਜ ਦੇ, ਤੇ ਤੈਨੂੰ ਮੰਨਣਾ ਪੈਣਾ, ਤੈਨੂੰ ਜੋ ਹੈ ਉਹ ਨਵਾਬੀ ਜਿਹੜੀ ਹੈ ਉਹ ਪੰਥ ਦੇਵੇਗਾ। ਲੇਕਿਨ ਉੱਥੇ ਉਹਨਾਂ ਨੇ ਨਵਾਬੀ ਲੈਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ, ਔਰ ਇਸ ਦੀ ਵਜ੍ਹਾ ਇਹ ਸੀ, ਉਹ ਕਹਿੰਦੇ ਕਿ ਬਈ ਜਿਹੜੀ ਮੇਰੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਹੈ ਜਾਂ ਸੰਗਤ ਦੀ ਸੇਵਾ ਹੈ, ਉਹ ਮੇਰੇ ਤੋਂ ਖੋਹ ਲਿੱਤੀ ਜਾਏਗੀ, ਸੋ ਇਸ ਕਰਕੇ ਮੈਨੂੰ ਨਵਾਬੀ ਨਹੀਂ ਚਾਹੀਦੀ। ਕਿੰਨੀ ਵੱਡੀ ਜਿਹੜੀ ਹੈ ਸਾਡੇ ਕੋਲ ਐਗਜ਼ਾਮਪਲ ਹੈ ਕਿ ਕਿਰਦਾਰ ਦੀ, ਜ਼ਮੀਰ ਦੀ, ਕਿ ਸਿੱਖ ਅਸਲ ਵਿੱਚ ਜਿਹੜਾ ਅਸਲ ਸਿੱਖ ਆਗੂ ਹੈ, ਉਸ ਦੀ ਵਿਚਾਰ, ਉਸ ਦੀ ਜਿਹੜੀ ਹੈ ਨੀਅਤ, ਜ਼ਮੀਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਅਸੀਂ ਜਿਹੜਾ ਹੈ ਕਿਹੋ ਜਿਹੇ ਲੀਡਰ ਭਾਲਦੇ ਹਾਂ ਜਾਂ ਫਿਰ ਕਿਹੋ ਜਿਹਾ ਨੂੰ ਆਪਣੇ ਲੀਡਰ ਕਹਿੰਦੇ ਹਾਂ, ਇਹੀ ਸਾਡਾ ਵੀ ਫਿਊਚਰ ਡਿਸਾਈਡ ਕਰਦਾ ਹੈ ਤੇ ਸਾਡੇ ਅੱਗੇ ਤੁਹਾਡੇ ਸਾਰਿਆਂ ਦੇ ਜਿਹੜੇ ਬੱਚੇ ਹਨ ਉਹਨਾਂ ਦਾ ਵੀ ਫਿਊਚਰ ਡਿਸਾਈਡ ਕਰਦਾ ਹੈ। ਕਿਉਂਕਿ ਜੇ ਬਾਣੀ ਦਾ ਪ੍ਰਚਾਰ ਨਹੀਂ ਹੋਏਗਾ, ਜੇ ਐਜੂਕੇਸ਼ਨ ਪਾਲਿਸੀ ਜਿਹੜਾ ਹੈ ਕਰੋੜਾਂ ਰੁਪਏ ਦੇ ਬਜਟ ਹੋਣ ਦੇ ਬਾਵਜੂਦ ਸਿੱਖਾਂ ਕੋਲ ਆਪਣੀ ਸਕਾਲਰਸ਼ਿਪ ਪਾਲਿਸੀ ਨਹੀਂ ਹੋਏਗੀ, ਵਧੀਆ ਜਿਹੀ ਕੋਈ ਕਮੇਟੀ ਚਾਹੇ ਤੇ ਬਹੁਤ ਕੁਝ ਕਰ ਸਕਦੀ ਹੈ, ਵਿਡੋਜ਼ ਲਈ ਕੋਈ ਪ੍ਰੋਪਰ ਰਾਸ਼ਨ ਦੀ ਫੈਸਿਲਿਟੀ ਨਹੀਂ ਹੋਏਗੀ, ਹੋਰ ਕਾਫੀ ਇਹੋ ਜਿਹੇ ਐਸੇ ਕਾਰਜ ਹਨ ਜਿਹੜੇ ਗ੍ਰੰਥੀ ਸਿੰਘ ਹੋਰੀ ਹਨ ਜਾਂ ਫਿਰ ਰਾਗੀ ਸਾਹਿਬਾਨ ਨੇ, ਉਹਨਾਂ ਦੀ ਮੰਥਲੀ ਜਿਹੜੀ ਹੈ ਪੇ ਦਾ, ਉਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ। ਹਰ ਇੱਕ ਗੁਰੂ ਘਰ ਵਿੱਚ ਜਿਹੜਾ ਹੈ ਉਹ ਰਾਗੀਆਂ ਦੀ ਜਾਂ ਫਿਰ ਗ੍ਰੰਥੀਆਂ ਦੀ ਜਿਹੜਾ ਹੈ ਦੋਨਾਂ ਦੀ ਸੈਲਰੀ ਇਨਕਰੀਜ਼ ਕਰਕੇ ਉਹਨਾਂ ਨੂੰ ਸੇਵਾ ਦਿੱਤੀ ਜਾਣੀ ਚਾਹੀਦੀ ਹੈ ਕਿ ਬਈ ਤੁਸੀਂ ਜਿਹੜਾ ਹੈ ਰਾਗੀ ਜਿਹੜਾ ਹੈ ਕੀਰਤਨ ਸਿਖਲਾਈ ਦਾ ਜਿਹੜਾ ਕਾਰਜ ਕਰਨ, ਸੇਵਾ ਨਿਭਾਉਣ, ਤੇ ਜਿਹੜੇ ਗ੍ਰੰਥੀ ਸਿੰਘ ਹਨ ਉਹ ਗੁਰਮੁਖੀ ਅਤੇ ਸੰਥਿਆ ਦੀ ਜਿਹੜੀ ਹੈ ਉਹ ਸੇਧ ਦੇਣ ਸੰਗਤ ਨੂੰ, ਉਸ ਇਲਾਕੇ ਦੀ ਸੰਗਤ ਨੂੰ। ਸੋ ਕਾਰਜ ਹੋਣ ਨੂੰ ਤਾਂ ਬਹੁਤ ਹੋ ਸਕਦੇ ਨੇ, ਪਰ ਜੇ ਕੋਈ ਐਸੀ ਸੋਚਣੀ ਵਾਲਾ ਆਗੂ ਆਪ ਜੀ ਚੁਣੋ, ਜੇ ਐਸੀ ਕਰਨੀ ਵਾਲਾ ਜੋ ਆਪਣੀ ਕਥਨੀ ਔਰ ਕਰਨੀ ਦਾ ਪੂਰਾ ਹੋਵੇ, ਨਾ ਕਿ ਜੇ ਕੋਈ ਐਸਾ ਮੌਕਾ ਬਣੇ ਤਾਂ ਡਰ ਜੇ ਬਈ ਕਿ ਨਹੀਂ ਮੇਰੀ ਗੱਦੀ ਨੂੰ ਕੱਲ ਨੂੰ ਕੋਈ ਸੱਟ ਪਹੁੰਚ ਸਕਦੀ ਹੈ, ਤੇ ਇਸ ਕਰਕੇ ਜਿਹੜਾ ਮੈਂ ਇਹੋ ਜਿਹਾ ਸਟੈਪ ਨਹੀਂ ਲੈ ਸਕਦਾ, ਗੁਸਤਾਖੀ ਮਾਫ ਹੈ, ਫਿਰ ਮੂੰਹ ਤੇ ਤਾਂ ਕਹਿ ਦੇ ਹਾਂਜੀ ਮੈਂ ਲਵਾਂਗਾ, ਜ਼ਰੂਰ ਆਪਾਂ ਕੁਝ ਕਰਾਂਗੇ, ਬਟ ਅੱਗੇ ਤੋਂ ਕੋਈ ਐਸਾ ਕਾਰਜ ਨਾ ਹੋਏ। ਇਹ ਦਾਸ ਨੇ ਆਪ ਪਰਸਨਲੀ ਵੀ ਜੋ ਹੈ ਉਹ ਮਹਿਸੂਸ ਕੀਤਾ ਹੈ, ਪਰਸਨਲੀ ਵੀ ਕਮੇਟੀ ਦੇ ਜੋ ਪਿਛਲੀ ਕਮੇਟੀ ਸੀ ਉਹਨਾਂ ਦੇ ਕੁਝ ਮੈਂਬਰਸ ਨੂੰ ਕਿਸੇ ਕਾਰਜ ਪ੍ਰਚਾਰ ਦੇ ਸੰਥਿਆ ਦੇ ਕਾਰਜ ਕਰਕੇ ਦਾਸ ਮਿਲਿਆ ਸੀਗਾ, ਪਰ ਉਸ ਤੇ ਕੋਈ ਸਟੈਪ ਨਹੀਂ ਚੁੱਕਿਆ ਗਿਆ। ਔਰ ਗੱਲ ਇਹ ਸਿਰਫ ਕਮੇਟੀ ਦੀ ਨਹੀਂ ਹੈ, ਹੋਰ ਵੀ ਕਈ ਐਸੇ ਬਥੇਰੇ ਆਗੂ ਜੋ ਹੈ ਬਣਦੇ ਨੇ ਜਿਹੜੇ ਕਹਿੰਦੇ ਤੇ ਹਨ ਆਪਾਂ ਜਿਹੜੇ ਪੰਥ ਦੇ ਸੇਵਾਦਾਰ ਹਾਂ, ਲੇਕਿਨ ਕਾਰਜ ਜਿਹੜਾ ਹੈ ਅੱਜ ਤੱਕ ਕੋਈ ਦੇਖਣ ਨੂੰ ਨਹੀਂ ਮਿਲਿਆ। ਸੋ ਇਧਰ ਗੱਲ ਜਿਹੜੀ ਹੈ ਗਰਾਊਂਡ ਰਿਐਲਿਟੀ ਤੇ ਆਉਂਦੀ ਹੈ। ਨਵਾਬ ਕਪੂਰ ਸਿੰਘ ਹੋਣੀ, ਉਹਨਾਂ ਨੂੰ ਜਦੋਂ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਡੀ ਜਿਹੜੀ ਸੇਵਾ ਨਹੀਂ ਖੋਈ ਜਾਏਗੀ, ਆਪ ਦੀ ਸੇਵਾ ਕਰਿਓ, ਉਸ ਤੋਂ ਬਾਅਦ ਜਾ ਕੇ ਜਿਹੜਾ ਹੈ ਉਹਨਾਂ ਨੇ, ਜਦੋਂ ਇਹ ਆਸ਼ਵਾਸਨ ਮਿਲਣ ਦੇ ਬਾਅਦ ਉਹਨਾਂ ਨੇ ਜਿਹੜਾ ਹੈ ਨਵਾਬੀ ਫਿਰ ਕਬੂਲ ਕੀਤੀ ਸੀਗੀ, ਔਰ ਉਹ ਆਪਣੀ ਸੇਵਾ ਨਿਭਾਉਂਦੇ ਰਹੇ। ਸੋ ਇਹੋ ਜਿਹਾ ਜੋ ਹੈ ਕਿਰਦਾਰ ਹੋਣਾ ਚਾਹੀਦਾ ਹੈ, ਨਾ ਕਿ ਜਿਹੜੇ ਗੱਦੀਆਂ ਦੇ ਤੇ ਪਦਵੀਆਂ ਦੇ ਜਿਹੜਾ ਹੈ ਭੁੱਖਿਆਂ ਨੂੰ ਆਪਾਂ ਜਿਹੜਾ ਹੈ ਆ ਕੇ ਇਹੋ ਜੀਆਂ ਅੱਗੇ ਜਿਤਾਈਏ ਔਰ ਅੱਗੇ ਉਹਨਾਂ ਨੂੰ ਪਹੁੰਚਾਈਏ ਅੱਗੇ। ਇੱਥੇ ਕਈ ਸੋ ਕਾਲਡ ਆਗੂ ਜੋ ਹੈ ਉਹ ਇਹੋ ਜਿਹੇ ਵੀ ਨੇ ਜਿਹੜੇ ਆਲਰੇਡੀ 1, 2 ਜਾਂ 3 ਪਦਵੀਆਂ ਤੇ, ਬੇਸ਼ੱਕ ਉਹ ਪ੍ਰਧਾਨਗੀ ਕਹਿ ਲਓ ਜਾਂ ਫਿਰ ਹੋਰ ਕਿਸੇ ਪੋਲੀਟੀਕਲ ਪਦਵੀਆਂ ਤੇ ਜੋ ਹੈ ਉਹ ਵਿਰਾਜਮਾਨ ਨੇ, ਲੇਕਿਨ ਉਹ ਫਿਰ ਵੀ ਜਿਹੜਾ ਹੈ ਉਹਨਾਂ ਦੀ ਗੁਰੂ ਜਾਣਦਾ। ਹੁਣ ਮੈਂ ਤਾਂ ਜਾਣੀ ਜਾਣ ਨਹੀਂ ਹਾਂ, ਅੰਤਰਜਾਮਤਾ ਨਹੀਂ ਹੈ ਮੈਨੂੰ, ਗੁਰੂ ਹੀ ਜਾਣਦਾ ਇਹ ਕੀ ਪਦਵੀ ਦੀ ਭੁੱਖ ਹੈ ਜਾਂ ਫਿਰ ਕੀ ਚੀਜ਼ ਹੈ, ਲੇਕਿਨ ਉਹ ਵੀ ਇਹਨਾਂ ਇਲੈਕਸ਼ਨਸ ਵਿੱਚ ਜਿਹੜਾ ਹੈ ਉਹਨਾਂ ਸਾਰੀਆਂ ਪਦਵੀਆਂ ਦੇ ਬਾਵਜੂਦ ਇਸ ਇਲੈਕਸ਼ਨ ਵਿੱਚ ਵੀ ਜਿਹੜਾ ਹੈ ਉਹ ਅੱਗੇ ਆਉਣ ਦੀ ਜਾਂ ਉਭਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਧਰ ਸਾਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਇਧਰ ਜੇ ਸੈਂਟਰਲਾਈਜੇਸ਼ਨ ਹੋ ਗਈ ਪਾਵਰ ਦੀ, ਤੇ ਸਾਡਾ ਵੀ ਹਾਲ ਜਿਹੜਾ ਹੈ ਬਾਕੀ ਹੋਰ ਜਿਹੜੇ ਆਪਾਂ ਕੌਮਾਂ ਉੱਤੇ ਸਵਾਲ ਚੁੱਕਦੇ ਆ ਨਾ, ਉਂਗਲ ਚੁੱਕਦੇ ਆ ਕਿ ਬਈ ਇਹ ਦੇਖੋ ਇਹਨਾਂ ਨੂੰ, ਇਹ ਤੇ ਬਈ ਅੰਧ ਭਗਤ ਨੇ ਜਿਹਨਾਂ ਨੂੰ ਆਪਾਂ ਅੰਧ ਭਗਤ ਕਹਿੰਦੇ ਆ, ਸਾਡਾ ਹਾਲ ਵੀ ਉਹਨਾਂ ਤੋਂ ਪਰੇ ਨਹੀਂ ਹੋਵੇਗਾ, ਅਸੀਂ ਵੀ ਸੇਮ ਚੀਜ਼ ਸਫਰ ਕਰਾਂਗੇ। ਕਹਿਣ ਉੱਤੇ ਬਹੁਤ ਕੁਝ ਹੋਵੇਗਾ, ਲੇਕਿਨ ਅਸਲ ਜ਼ਮੀਨੀ ਤੌਰ ਤੇ ਜਿਹੜੀ ਹੈ ਡਿਵੈਲਪਮੈਂਟ ਕਦੀ ਨਹੀਂ ਹੋ ਸਕੇਗੀ, ਜਾਂ ਫਿਰ ਜ਼ਮੀਨੀ ਤੌਰ ਤੇ ਜਿਹੜਾ ਪ੍ਰਚਾਰ ਪ੍ਰਸਾਰ ਹੈ, ਜ਼ਮੀਨੀ ਤੌਰ ਤੇ ਪਾਲਿਸੀਜ਼ ਜਿਹੜੀ ਹੈ ਉਹਨਾਂ ਦੀ ਇੰਪਲੀਮੈਂਟੇਸ਼ਨ ਕਦੀ ਵੀ ਨਹੀਂ ਹੋ ਸਕੇਗੀ। ਸੋ ਇਸ ਕਰਕੇ ਬੇਨਤੀ ਹੈ ਇਹੋ ਜਿਹੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਮੈਂ ਆਪਣੇ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਜਿਹੜੇ ਪੰਥ ਦੀ ਭਲਾਈ ਸੋਚੋ, ਨਾ ਕਿ ਆਪਣੇ ਗੱਦੀਆਂ ਦੀ ਭੁੱਖ ਸੈਟੀਸਫਾਈ ਕਰਨ ਲਈ ਜਿਹੜਾ ਹੈ ਭੁੱਖ ਨੂੰ ਰਜਾਉਣ ਲਈ, ਕਿਉਂਕਿ ਉਹ ਕਦੀ ਨਹੀਂ ਰੱਜੇਗੀ, ਉਹ ਕਦੀ ਨਹੀਂ ਰੱਜੇਗੀ। ਤੁਸੀਂ ਬਾਣੀ ਪੜ੍ਹ ਕੇ ਵੀ ਪ੍ਰਮਾਣ ਸਾਰੇ ਹਾਸਿਲ ਕਰ ਸਕਦੇ ਹੋ। ਸੋ ਇਸ ਕਰਕੇ ਬੇਨਤੀ ਇਹ ਹੈ ਸੰਗਤ ਇਹੋ ਜਿਹਾ ਨੂੰ ਚੁਣੇ ਜਿਹੜੇ ਬਾਣੀ ਤੇ ਬਾਣੇ ਦੇ ਧਾਰਨੀ ਹਨ, ਜਿਨ੍ਹਾਂ ਨੂੰ ਪੰਥ ਦੀ ਜਿਹੜੀ ਹੈ ਉਹ ਦਰਦ ਹੈ ਤੇ ਪੰਥ ਦੇ ਅੱਗੇ ਸੇਵਾ ਲਈ ਆਉਣਾ ਚਾਹੁੰਦੇ ਨੇ, ਨਾ ਕਿ ਪਦਵੀ ਦੇ ਸਿਰਫ ਪਦਵੀ ਲਈ। ਸੋ ਇਸ ਕਰਕੇ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਇਹ ਹੈ। ਹੋਰ ਵੀ ਕਾਫੀ ਸਾਰੇ ਵਿਸ਼ੇ ਨੇ ਜਿਸ ਬਾਰੇ ਦਾਸ ਜੋ ਹੈ ਆਪਣੀ ਗੱਲ ਰੱਖ ਸਕਦਾ ਹੈ। ਅੱਗੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਜੋ ਹੈ ਹੋਰ ਵੀ ਵੀਡੀਓ ਇसी ਮਸਲੇ ਤੇ ਜ਼ਰੂਰ ਸੰਗਤਾਂ ਨਾਲ ਸਾਂਝੀ ਜ਼ਰੂਰ ਕਰਾਂਗੇ, ਤਾਂ ਕਿ ਆਪ ਜਿਹਦੇ ਮਨ ਵਿੱਚ ਇਹ ਚੀਜ਼ ਆ ਸਕੇ ਔਰ ਸਹੀ ਡਿਸੀਜਨ ਜੋ ਹੈ ਉਹ ਲਿਆ ਜਾ ਸਕੇ। ਪੰਥ ਦਾ ਜਿਹੜਾ ਫਿਊਚਰ ਹੈ ਉਹ ਸਹੀ ਹੱਥਾਂ ਵਿੱਚ ਜਾਏ, ਨਾ ਕਿ ਜਿਹੜੇ ਪਿਛਲੇ 7-8 ਸਾਲਾਂ ਵਿੱਚ ਜਿੰਨਾ ਸਫ਼ਰ ਕੀਤਾ ਹੈ ਪੰਥ ਨੇ, ਆਰੋਪ ਪ੍ਰਤੀ ਆਰੋਪ ਲੱਗੇ ਨੇ, ਹੋਰ ਬਥੇਰੇ ਜਿਹੜਾ ਹੈ ਸਕੈਂਡਲ ਸਾਹਮਣੇ ਆਏ ਨੇ, ਲੇਕਿਨ ਮਹਾਰਾਜ ਕਿਰਪਾ ਕਰਨ ਪੰਥ ਦੀ ਜਿਹੜੀ ਹੈ ਤਸਵੀਰ ਸੰਗਤ ਜੇ
ਸਮਝਦਾਰੀ ਨਾਲ ਕਦਮ ਲਵੇਗੀ, ਸਟੈਪ ਚੁੱਕੇਗੀ ਤੇ ਜ਼ਰੂਰ ਪੰਥ ਦੀ ਤਸਵੀਰ ਜ਼ਰੂਰ ਬਦਲੇਗੀ। ਮਹਾਰਾਜ ਕਿਰਪਾ ਕਰਨ, ਜ਼ਰੂਰ ਅੱਗੇ ਵੀ ਇਸੇ ਮਸਲੇ ਤੇ ਹੋਰ ਵੀ ਜਿਹੜਾ ਹੈ ਵੀਡੀਓਜ਼ ਆਪ ਜੀ ਨਾਲ ਲੈ ਕੇ ਸਾਂਝੇ ਜ਼ਰੂਰ ਹੋਵਾਂਗੇ। ਬੇਨਤੀ ਬਸ ਇੰਨੀ ਹੈ ਕਿ ਗੱਦੀ ਦੇ ਭੁੱਖਿਆਂ ਨੂੰ ਜਾਂ ਫਿਰ ਹੋਰ ਮਾਇਆ ਦੇ ਭੁੱਖਿਆਂ ਨੂੰ, ਪਦਵੀ ਦੇ ਭੁੱਖਿਆਂ ਨੂੰ ਜੋ ਹੈ ਇਸ ਸਟੇਜ ਤੇ ਆ ਕੇ ਨਾ ਭਾਲੋ, ਨਾ ਬਿਠਾਓ। ਬੜੀ ਸੋਚ ਸਮਝ ਕੇ ਆਪਣਾ ਔਰ ਆਪਣੇ ਬੱਚਿਆਂ ਦਾ, ਪੰਥ ਦਾ ਫਿਊਚਰ ਜਿਹੜਾ ਹੈ ਸੋਚ ਕੇ ਡਿਸੀਜਨ ਸਾਰੇ ਫੈਸਲਾ ਲਵੋ। ਮਹਾਰਾਜ ਕਿਰਪਾ ਕਰਨ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।